ਇਸ ਸਟੱਡੀ ਟਿਪਸ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਜਿਸ ਟੌਪਿਕ 'ਤੇ ਗੱਲ ਕਰਨ ਜਾ ਰਹੇ ਹਾਂ ਉਹ ਹੈਗਾ ਜੀ ਅੰਗਰੇਜ਼ਾਂ ਅਤੇ ਸਿੱਖਾਂ ਦੇ ਵਿਚਕਾਰ ਲੜਿਆ ਗਿਆ ਜਿਹੜਾ ਪਹਿਲਾ ਐਂਗਲੋ ਸਿੱਖ ਯੁੱਧ। ਠੀਕ ਹੈ ਜੀ, ਇਸ ਦੇ ਕਾਰਨ ਕੀ ਸੀ ਉਸ ਬਾਰੇ ਗੱਲ ਕਰਾਂਗੇ ਜੀ। ਅੰਗਰੇਜ਼ਾਂ ਦੀ ਪੰਜਾਬ ਨੂੰ ਘੇਰਾ ਪਾਉਣ ਦੀ ਜਿਹੜੀ ਨੀਤੀ ਸੀ। ਨੰਬਰ 1 ਕੁਐਸਚਨ ਹੈ ਜੀ, ਅੰਮ੍ਰਿਤਸਰ ਦੀ ਸੰਧੀ ਕਦੋਂ ਅਤੇ ਕਿਹਨਾਂ ਵਿਚਕਾਰ ਹੋਈ ਸੀ? 1809 ਈਸਵੀ ਵਿੱਚ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਜਿਹੜੀ ਸੰਧੀ ਹੋਈ ਸੀ। ਇਸ ਸੰਧੀ ਦੀਆਂ ਮੁੱਖ ਜਿਹੜੀਆਂ ਸ਼ਰਤਾਂ ਕੀ ਸੀ ਕਿ ਸਤਲੁਜ ਤੋਂ ਪਰੇ ਇਲਾਕੇ ਜਿਹੜੇ ਉਹਨਾਂ 'ਤੇ ਰੋਕ ਲਾ ਦਿੱਤੀ ਸੀ। ਰਣਜੀਤ ਸਿੰਘ ਉਹਨਾਂ ਇਲਾਕਿਆਂ ਉੱਪਰ ਜਿਹੜਾ ਕਬਜ਼ਾ ਜਾਂ ਕੋਈ ਵੀ ਲਗਾਨ ਵਗੈਰਾ ਜਿਹੜਾ ਵਸੂਲ ਨਹੀਂ ਕਰੂਗਾ। ਨੈਕਸਟ ਹੈ ਜੀ, ਸ਼ਿਕਾਰਪੁਰ ਉੱਪਰ ਅੰਗਰੇਜ਼ਾਂ ਨੇ ਕਦੋਂ ਕਬਜ਼ਾ ਕੀਤਾ ਸੀ? 1835 ਈਸਵੀ ਵਿੱਚ 1835-36 ਈਸਵੀ ਵਿੱਚ ਸ਼ਿਕਾਰਪੁਰ ਉੱਪਰ ਜਿਹੜਾ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਸੀ। ਫਿਰੋਜ਼ਪੁਰ ਉੱਪਰ ਕਬਜ਼ਾ ਕਦੋਂ ਕੀਤਾ ਹੋਇਆ ਸੀ? 1835 ਈਸਵੀ ਵਿੱਚ ਫਿਰੋਜ਼ਪੁਰ ਉੱਪਰ ਕਬਜ਼ਾ ਹੋਇਆ। ਫਿਰੋਜ਼ਪੁਰ ਵਿਖੇ ਅੰਗਰੇਜ਼ਾਂ ਨੇ ਪਹਿਲੀ ਛਾਉਣੀ ਕਦੋਂ ਬਣਾਈ? 1838 ਈਸਵੀ ਵਿੱਚ ਅੰਗਰੇਜ਼ਾਂ ਨੇ ਫਿਰੋਜ਼ਪੁਰ ਵਿਖੇ ਜਿਹੜੀ ਪਹਿਲੀ ਛਾਉਣੀ ਬਣਾ ਲਈ ਸੀ। 1839 ਤੋਂ ਲੈ ਕੇ 1845 ਈਸਵੀ ਤੱਕ ਪੰਜਾਬ ਵਿੱਚ ਕਿੰਨੀਆਂ ਸਰਕਾਰਾਂ ਬਦਲੀਆਂ ਸਨ? 5 ਸਰਕਾਰਾਂ ਜਿਹੜੀਆਂ ਉਹ ਬਦਲੀਆਂ ਸਨ। ਸੰਧਾਂ ਵਾਲੀਆਂ ਸਰਦਾਰਾਂ ਨੇ ਕਦੋਂ ਅਤੇ ਕਿਹਨਾਂ ਨੂੰ ਕਤਲ ਕਰਵਾਇਆ ਸੀ? 15 ਸਤੰਬਰ 1839 ਈਸਵੀ ਨੂੰ ਜਿਹੜਾ ਕਤਲ ਕਰਾਇਆ ਸੀ। ਇਹਨਾਂ ਵਿੱਚੋਂ ਸੀ ਮਹਾਰਾਜਾ ਸ਼ੇਰ ਸਿੰਘ, ਕੰਵਰ ਸਿੰਘ ਅਤੇ ਪ੍ਰਧਾਨ ਮੰਤਰੀ ਧਿਆਨ ਸਿੰਘ ਇਹਨਾਂ ਤਿੰਨਾਂ ਨੂੰ 15 ਸਤੰਬਰ 1843 ਈਸਵੀ ਨੂੰ ਕਤਲ ਕਰਾ ਦਿੱਤਾ ਸੀ। ਅਗਲੇ ਦਿਨ ਹੀ ਧਿਆਨ ਸਿੰਘ ਦੇ ਪੁੱਤਰ ਜਿਹੜਾ ਹੀਰਾ ਸਿੰਘ ਸੀ ਉਸਨੇ ਸੰਧਾਂ ਵਾਲੀਆਂ ਸਰਦਾਰਾਂ ਨੂੰ ਯਮਲੋਕ ਜਿਹੜਾ ਪਹੁੰਚਾ ਦਿੱਤਾ ਸੀ। ਪਹਿਲਾ ਅਫਗਾਨ ਯੁੱਧ ਕਦੋਂ ਹੋਇਆ? 1839 ਤੋਂ ਲੈ ਕੇ 1842 ਈਸਵੀ ਵਿੱਚ ਪਹਿਲਾ ਅਫਗਾਨ ਯੁੱਧ ਲੜਿਆ ਗਿਆ। 1842 ਵਿੱਚ ਭਾਰਤ ਦਾ ਗਵਰਨਰ ਕੌਣ ਬਣ ਕੇ ਆਇਆ ਸੀ? ਆਕਲੈਂਡ ਦੀ ਥਾਂ 'ਤੇ ਲਾਰਡ ਐਲਨਬਰੋ ਜਿਹੜਾ ਸੀ ਉਹ ਭਾਰਤ ਦਾ ਗਵਰਨਰ ਬਣ ਕੇ ਆਇਆ ਸੀ। ਸਿੰਧ ਉੱਤੇ ਅੰਗਰੇਜ਼ਾਂ ਨੇ ਕਦੋਂ ਕਬਜ਼ਾ ਕੀਤਾ ਸੀ? 1843 ਈਸਵੀ ਨੂੰ ਕਬਜ਼ਾ ਕਰ ਲਿਆ ਸੀ। 1844 ਈਸਵੀ ਵਿੱਚ ਭਾਰਤ ਦਾ ਗਵਰਨਰ ਕੌਣ ਬਣਿਆ ਜੀ? ਲਾਰਡ ਹਾਰਡਿੰਗ। ਲਾਰਡ ਹਾਰਡਿੰਗ ਦੀ ਪ੍ਰਸਿੱਧੀ ਕਿਸ ਗੱਲ ਵਿੱਚ ਸੀ? ਇੱਕ ਤਾਂ ਨੰਬਰ ਸੀ ਕਿ ਉਹ ਯੋਗ ਸੈਨਾਪਤੀ ਸੀ। ਨੰਬਰ 2 'ਤੇ ਸੀ ਨੈਪੋਲੀਅਨ ਵਿਰੁੱਧ ਪ੍ਰਾਇਦੀਪੀ ਯੁੱਧ ਵਿੱਚ ਉਸਨੇ ਬਹੁਤ ਹੀ ਵਧੀਆ ਕੰਮ ਕੀਤਾ ਸੀ। ਨੰਬਰ 3 ਵਾਟਰਲੂ ਦੇ ਯੁੱਧ ਵਿੱਚ ਵੀ ਉਸਨੇ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੋਈ ਸੀ। ਉੱਤਰੀ ਪੱਛਮੀ ਸੀਮਾ ਦਾ ਪੋਲੀਟੀਕਲ ਏਜੰਟ ਕੌਣ ਸੀ? ਮੇਜਰ ਬਰਾਡਫੁੱਟ। ਮੇਜਰ ਬਰਾਡਫੁੱਟ ਤੋਂ ਪਹਿਲਾਂ ਕੌਣ ਸੀ? ਕਰਨਲ ਰਿਚਮੌਂਡ ਸੀ ਉੱਤਰੀ ਪੱਛਮੀ ਸੀਮਾ ਦਾ ਪੋਲੀਟੀਕਲ ਏਜੰਟ। ਅੰਗਰੇਜ਼ ਸੈਨਾ ਦਾ ਕਮਾਂਡਰ ਇਨ ਚੀਫ ਕੌਣ ਸੀ? ਲਾਰਡ ਹਿਊਗਾਫ। ਮੇਜਰ ਬਰਾਡਫੁੱਟ ਨੂੰ ਕਦੋਂ ਲੁਧਿਆਣੇ ਦਾ ਪੋਲੀਟੀਕਲ ਏਜੰਟ ਨਿਯੁਕਤ ਕੀਤਾ ਗਿਆ? ਨਵੰਬਰ 1844 ਈਸਵੀ ਨੂੰ ਜਿਹੜਾ ਮੇਜਰ ਬਰਾਡਫੁੱਟ ਉਸ ਨੂੰ ਲੁਧਿਆਣੇ ਦਾ ਪੋਲੀਟੀਕਲ ਏਜੰਟ ਨਿਯੁਕਤ ਕੀਤਾ ਗਿਆ। ਲਾਲ ਸਿੰਘ ਕਦੋਂ ਸਤਲੁਜ ਪਾਰ ਕਰ ਇਕੱਠਾ ਕਰਨ ਲਈ ਭੇਜਿਆ ਗਿਆ ਸੀ? ਮਾਰਚ 1845 ਈਸਵੀ ਨੂੰ ਲਾਲ ਸਿੰਘ ਜਿਹੜਾ ਸਤਲੁਜ ਤੋਂ ਪਰੇ ਇਲਾਕਿਆਂ ਵਿੱਚ ਕਰ ਇਕੱਠਾ ਕਰਨ ਗਿਆ ਸੀ। ਮੌਰਾ ਪਿੰਡ ਕਿਸ ਰਿਆਸਤ ਵਿੱਚ ਆਉਂਦਾ ਸੀ? ਨਾਭਾ ਰਿਆਸਤ ਵਿੱਚ। ਰਾਜੇ ਜਸਵੰਤ ਨੇ ਇਹ ਪਿੰਡ ਰਣਜੀਤ ਸਿੰਘ ਨੂੰ ਕਦੋਂ ਦਿੱਤਾ ਸੀ? 1819 ਈਸਵੀ ਨੂੰ ਇਹ ਜਿਹੜਾ ਪਿੰਡ ਰਣਜੀਤ ਸਿੰਘ ਨੂੰ ਦਿੱਤਾ ਸੀ। ਰਣਜੀਤ ਸਿੰਘ ਨੇ ਇਹ ਪਿੰਡ ਜਿਹੜਾ ਧੰਨਾ ਸਿੰਘ ਨੂੰ ਦੇ ਦਿੱਤਾ ਸੀ। ਪ੍ਰਧਾਨ ਮੰਤਰੀ ਜਵਾਹਰ ਸਿੰਘ ਦੀ ਮੌਤ ਕਦੋਂ ਹੋਈ ਸੀ? 8 ਨਵੰਬਰ 1845 ਈਸਵੀ ਨੂੰ ਪ੍ਰਧਾਨ ਮੰਤਰੀ ਜਵਾਹਰ ਸਿੰਘ ਦੀ ਮੌਤ ਹੋ ਗਈ। ਜਵਾਹਰ ਸਿੰਘ ਤੋਂ ਬਾਅਦ ਕੌਣ ਜਿਹੜਾ ਇਹ ਪ੍ਰਧਾਨ ਮੰਤਰੀ ਬਣਿਆ? ਲਾਲ ਸਿੰਘ ਜਿਹੜਾ ਪ੍ਰਧਾਨ ਮੰਤਰੀ ਬਣਿਆ। ਖਾਲਸਾ ਫੌਜ ਦਾ ਸੈਨਾਪਤੀ ਕੌਣ ਸੀ? ਲਾਲ ਸਿੰਘ ਦਾ ਭਰਾ ਤੇਜਾ ਸਿੰਘ। ਲਾਰਡ ਹਾਰਡਿੰਗ ਨੇ ਪਹਿਲੇ ਅੰਗਰੇਜ਼ ਯੁੱਧ ਦੀ ਘੋਸ਼ਣਾ ਕਦੋਂ ਕੀਤੀ? 13 ਦਸੰਬਰ 1845 ਈਸਵੀ ਨੂੰ। ਸਿੱਖਾਂ ਅਤੇ ਅੰਗਰੇਜ਼ਾਂ ਦੇ ਵਿਚਾਰ ਜਿਹੜਾ ਘੋਸ਼ਣਾ ਹੋਈ ਸੀ ਯੁੱਧ ਦੀ ਉਹ 13 ਦਸੰਬਰ 1845 ਨੂੰ ਜਿਹੜੀ ਘੋਸ਼ਣਾ ਕਰ ਦਿੱਤੀ ਗਈ ਸੀ। ਲਾਲ ਸਿੰਘ ਨੇ ਕਦੋਂ ਅਤੇ ਕਿੰਨੀ ਫੌਜ ਲੈ ਕੇ ਸਤਲੁਜ ਦਰਿਆ ਨੂੰ ਪਾਰ ਕੀਤਾ ਸੀ? 50,000 ਫੌਜ ਜਿਹੜਾ 11 ਦਸੰਬਰ 1845 ਈਸਵੀ ਨੂੰ ਸਤਲੁਜ ਦਰਿਆ ਪਾਰ ਕਰਕੇ ਮਾਲਵੇ ਦੇ ਇਲਾਕੇ ਵਿੱਚ ਪਹੁੰਚ ਗਈ ਸੀ। ਸੈਨਾ ਫਿਰੋਜ਼ਪੁਰ ਕਦੋਂ ਪਹੁੰਚੀ? 15 ਦਸੰਬਰ 1845 ਈਸਵੀ ਨੂੰ ਸੈਨਾ ਜਿਹੜੀ ਫਿਰੋਜ਼ਪੁਰ ਪਹੁੰਚ ਗਈ। ਫਿਰੋਜ਼ਪੁਰ ਦਾ ਕਮਾਂਡਰ ਕੌਣ ਸੀ? ਜਨਰਲ ਲਿਟਲਰ। 7500 ਸੈਨਿਕ ਉਹਦੇ ਅੰਡਰ ਸੀ। ਜਿਹੜੀਆਂ ਮੁੱਖ ਲੜਾਈਆਂ ਹੋਈਆਂ ਸੀ ਉਹਨਾਂ ਵਿੱਚੋਂ ਹੈਗੀਆਂ ਨੰਬਰ 1 ਮੁਦਕੀ ਦੀ ਲੜਾਈ ਜਿਹੜੀ ਹੋਈ ਸੀ 18 ਦਸੰਬਰ 1845 ਈਸਵੀ ਨੂੰ। ਸਿੱਖ ਸੈਨਾ ਦੀ ਅਗਵਾਈ ਕੌਣ ਕਰ ਰਿਹਾ ਸੀ? ਲਾਲ ਸਿੰਘ ਕਰ ਰਿਹਾ ਸੀ। ਸਿੱਖ ਸੈਨਾ ਦੀ ਗਿਣਤੀ ਜਿਹੜੀ ਸੀ 5500 ਸੀ। ਅੰਗਰੇਜ਼ੀ ਸੈਨਾ ਦੀ ਅਗਵਾਈ ਕੌਣ ਕਰ ਰਿਹਾ ਸੀ? ਲਾਰਡ ਹਿਊਗਾਫ ਅਤੇ ਉਹਨਾਂ ਦੀ ਅੰਗਰੇਜ਼ੀ ਸੈਨਾ ਦੀ ਗਿਣਤੀ ਜਿਹੜੀ ਸੀ 12,000 ਸੈਨਿਕ ਸੀ। ਇਸ ਵਿੱਚ ਸਿੱਖਾਂ ਦੀ ਹਾਰ ਹੋਈ। ਨੰਬਰ 2 'ਤੇ ਲੜਾਈ ਹੋਈ ਜੀ ਫਿਰੋਜ਼ ਸ਼ਾਹ ਦੀ
21 ਦਸੰਬਰ 1845 ਈਸਵੀ ਨੂੰ ਅੰਗਰੇਜ਼ੀ ਸੈਨਾ ਦੀ ਅਗਵਾਈ ਕੌਣ ਕਰ ਰਿਹਾ ਸੀ? ਲਾਰਡ ਹਿਊਗਫ ਤੇ ਜਾਨ ਲਿਟਲਰ ਤੇ ਲਾਰਡ ਹਾਰਡਿੰਗ। ਅੰਗਰੇਜ਼ੀ ਸੈਨਾ ਦੀ ਗਿਣਤੀ ਜਿਹੜੀ ਸੀ 17,000 ਸੀ। ਸਿੱਖ ਸੈਨਾ ਦੀ ਅਗਵਾਈ ਕੌਣ ਕਰ ਰਿਹਾ ਸੀ? ਲਾਲ ਸਿੰਘ ਤੇ ਤੇਜਾ ਸਿੰਘ। ਤੇ ਸਿੱਖਾਂ ਦੀ ਗਿਣਤੀ ਕਿੰਨੀ ਸੀ? 25,000 ਤੋਂ ਲੈ ਕੇ 30,000 ਸਿੱਖ ਜਿਹੜੇ ਆ ਇਹਦੇ ਵਿੱਚ ਲੜਾਈ ਵਿੱਚ ਸ਼ਾਮਲ ਹੋਏ ਸੀ। ਇਹ ਲੜਾਈ ਵੀ ਲਾਲ ਸਿੰਘ ਤੇ ਤੇਜਾ ਸਿੰਘ ਦੀ ਗੰਦਾਰੀ ਕਾਰਨ ਸਿੱਖਾਂ ਨੂੰ ਹਾਰ ਦਾ ਮੂੰਹ ਜਿਹੜਾ ਆ ਵੇਖਣਾ ਪਿਆ। ਨੰਬਰ 3 ਤੇ ਲੜਾਈ ਹੋਈ ਸੀ ਬੱਦੋਵਾਲ ਦੀ ਲੜਾਈ। ਇਹ ਲੜਾਈ ਹੋਈ ਜੀ 21 ਜਨਵਰੀ 1846 ਈਸਵੀ ਨੂੰ। ਸਿੱਖ ਸੈਨਾ ਦੀ ਅਗਵਾਈ ਕੌਣ ਕਰ ਰਿਹਾ ਸੀ? ਰਣਜੋਧ ਸਿੰਘ। ਸਿੱਖਾਂ ਦੀ ਗਿਣਤੀ 10,000 ਸੀ। ਅੰਗਰੇਜ਼ੀ ਸੈਨਾ ਜਿਹੜੀ ਅਗਵਾਈ ਸੀ ਉਹ ਹੈਰੀ ਸਮਿਥ ਕਰ ਰਿਹਾ ਸੀ। ਬੱਦੋਵਾਲ ਲੜਾਈ ਵਿੱਚ ਸਿੱਖਾਂ ਦੀ ਜਿਹੜੀ ਆ ਜਿੱਤ ਹੋਈ ਸੀ। ਨੈਕਸਟ ਲੜਾਈ ਹੋਈ ਚੌਥੀ ਜੀ ਆਲੀਵਾਲ ਦੀ ਲੜਾਈ। 28 ਜਨਵਰੀ 1846 ਈਸਵੀ ਨੂੰ ਇਹ ਲੜਾਈ ਹੋਈ। ਸਿੱਖਾਂ ਦੀ ਅਗਵਾਈ ਕੌਣ ਕਰ ਰਿਹਾ ਸੀ? ਰਣਜੋਧ ਸਿੰਘ। ਅੰਗਰੇਜ਼ੀਆਂ ਦੀ ਅਗਵਾਈ ਕੌਣ ਕਰ ਰਿਹਾ ਸੀ? ਹੈਰੀ ਸਮਿਥ ਤੇ ਬ੍ਰਿਗੇਡੀਅਰ ਵੀਲਰ। ਤੇ ਇਸ ਲੜਾਈ ਵਿੱਚ ਸਿੱਖਾਂ ਦੀ ਹਾਰ ਹੋਈ। ਸਭਰਾਉਂ ਦੀ ਲੜਾਈ 10 ਫਰਵਰੀ 1846। ਸਿੱਖ ਸੈਨਾ ਦੀ ਅਗਵਾਈ ਕਰ ਰਿਹਾ ਸੀ ਲਾਲ ਸਿੰਘ ਤੇ ਤੇਜਾ ਸਿੰਘ। ਸਿੱਖਾਂ ਦੀ ਗਿਣਤੀ 30,000 ਸੀ। ਅੰਗਰੇਜ਼ੀ ਸੈਨਾ ਦੀ ਅਗਵਾਈ ਕਰ ਰਿਹਾ ਸੀ ਲਾਰਡ ਹਿਊਗਫ ਤੇ ਲਾਰਡ ਹਾਰਡਿੰਗ। ਤੇ ਅੰਗਰੇਜ਼ੀ ਸੈਨਾ ਦੀ ਗਿਣਤੀ ਜਿਹੜੀ ਆ ਉਹ 15,000 ਸੀ। ਲਾਲ ਸਿੰਘ ਤੇ ਤੇਜਾ ਸਿੰਘ ਦੀ ਗੱਦਾਰੀ ਕਾਰਨ ਇਹ ਲੜਾਈ ਵੀ ਸਿੱਖਾਂ ਜਿਹੜੇ ਆ ਉਹ ਹਾਰ ਗਏ ਸੀ। ਅੰਤ ਵਿੱਚ ਸ਼ਾਮ ਸਿੰਘ ਅਟਾਰੀ ਵਾਲੇ ਨੇ ਇਸ ਲੜਾਈ ਵਿੱਚ ਸਿੱਖਾਂ ਦਾ ਮਾਣ ਰੱਖਦਿਆਂ ਸ਼ਹੀਦੀ ਪਾਈ। ਯੁੱਧ ਦੇ ਸਿੱਟੇ ਕੀ ਹੋਏ ਨਿਕਲੇ ਜੀ? ਇਸ ਤੋਂ ਬਾਅਦ ਯੁੱਧ ਦੇ 3 ਸੰਧੀਆਂ ਕਰਨੀਆਂ ਪਈਆਂ। ਇਹਨਾਂ ਵਿੱਚੋਂ ਲਾਹੌਰ ਦੀ ਸੰਧੀ ਜਿਹੜੀ ਹੋਈ ਸੀ 9 ਮਾਰਚ 1846 ਈਸਵੀ ਨੂੰ ਹੋਈ ਸੀ। ਇਸ ਦੀਆਂ ਜਿਹੜੀਆਂ ਧਰਾਵਾਂ ਦੇ ਵਿੱਚੋਂ ਜਿਹੜੀ ਸਭ ਤੋਂ ਵੱਡੀ ਹੇਰਫੇਰ ਕੀਤੀ ਸੀ, ਪੈਦਲ ਸੈਨਾ 20,000 ਘੋੜਸਵਾਰ ਕਰਤੀ ਗਈ ਤੇ 12,000 ਜਿਹੜੀ ਆ ਪੈਦਲ ਸੈਨਾ 20,000 ਤੇ ਘੋੜਸਵਾਰ ਸੈਨਾ ਜਿਹੜੀ ਆ 12,000 ਜਿਹੜੀ ਆ ਕਰ ਦਿੱਤੀ ਗਈ। ਹਰਜਾਨਾ ਜਿਹੜਾ ਪੂਰੀ ਜੰਗ ਦਾ ਕੀਤਾ ਗਿਆ ਸੀ ਉਹ 1.5 ਕਰੋੜ ਰੁਪਏ ਦਾ ਸੀ। ਉਸ ਤੋਂ ਬਾਅਦ ਦੇ ਵਿੱਚ ਸਹਾਇਕ ਸੰਧੀ ਹੋਈ। ਲਾਹੌਰ ਦੀ ਸੰਧੀ ਤੋਂ 2 ਦਿਨਾਂ ਬਾਅਦ ਹੀ ਸਹਾਇਕ ਸੰਧੀ 11 ਮਾਰਚ 1846 ਈਸਵੀ ਨੂੰ ਕੀਤੀ ਗਈ। ਠੀਕ ਆ ਜੀ। ਤੇ ਉਸ ਤੋਂ ਬਾਅਦ ਦੇ ਵਿੱਚ ਭੈਰੋਵਾਲ ਦੀ ਸੰਧੀ ਕੀਤੀ ਗਈ। ਇਹ ਸੰਧੀ ਜਿਹੜੀ ਸੀ 16 ਦਸੰਬਰ 1846 ਈਸਵੀ ਨੂੰ ਕੀਤੀ ਗਈ। ਇਸ ਸੰਧੀ ਵਿੱਚ 8 ਸਰਦਾਰਾਂ ਦੀ ਕੌਂਸਲ ਰੱਖੀ ਗਈ। ਮਹਾਰਾਣੀ ਨੂੰ 1.5 ਲੱਖ ਰੁਪਈਆ ਪੈਨਸ਼ਨ ਲਗਾ ਦਿੱਤੀ ਗਈ ਸਾਲਾਨਾ। ਭੈਰੋਵਾਲ ਦੀ ਸੰਧੀ 4 ਸਤੰਬਰ 1854 ਈਸਵੀ ਤੱਕ ਲਾਗੂ ਰਹੇਗੀ, ਜਦੋਂ ਤੱਕ ਦਲੀਪ ਸਿੰਘ ਜਿਹੜਾ ਆ ਬਾਲਕ ਨਾ ਹੋ ਜਾਵੇ। ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਧੰਨਵਾਦ। ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ।